ਸਾਡੇ ਇੰਗਲੈਂਡ ਤੋਂ ਪੱਤਰਕਾਰ ਵੀਰ ਮਨਦੀਪ ਖੁਰਮੀ ਜੀ। ਉਸ ਤੋਂ ਪਹਿਲਾਂ ਤੁਹਾਡੇ ਨਾਲ ਦੋ ਤਿੰਨ ਖਬਰਾਂ ਸਾਂਝੀਆਂ ਕਰਨੀਆਂ ਨੇ ਜੋ ਕਿ ਕਮਿਊਨਿਟੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਕਿ ਮੰਦਭਾਗੀਆਂ ਨੇ। ਕਰੋਨਾ ਵਾਇਰਸ ਜਿਸ ਦਾ ਕਿ ਪ੍ਰਕੋਪ ਆ ਜੋ ਸਾਰੀ ਦੁਨੀਆ ਦੇ ਵਿੱਚ ਫੈਲ ਚੁੱਕਾ ਹੈ, ਉਸ ਦੇ ਨਾਲ ਬਹੁਤ ਹੀ ਚੰਗੇ, ਕਿਉਂਕਿ ਜਿੰਨੀਆਂ ਵੀ ਜਾਨਾਂ ਗਈਆਂ ਉਹ ਕੋਈ ਵੀ ਆਪਾਂ ਐਂ ਨਹੀਂ ਕਹਿ ਸਕਦੇ ਕਿ ਉਹ ਜਾਨ ਕੋਈ ਬੁਰਾ ਵਿਅਕਤੀ ਗਿਆ ਚੰਗਾ ਗਿਆ, ਸਾਰੀਆਂ ਹੀ ਜਾਨਾਂ ਦੀ ਕੀਮਤ ਇੱਕੋ ਜਿਹੀ ਹੁੰਦੀ ਹੈ। ਪੰਜ ਪਾਣੀ ਅਖਬਾਰ ਦੇ ਕਰਤਾ ਧਰਤਾ ਸੰਪਾਦਕ, ਬਹੁਤ ਹੀ ਉੱਘੇ ਸੀਨੀਅਰ ਪੱਤਰਕਾਰ ਲੇਖਕ ਐਡੀਟਰ ਜੋਗਿੰਦਰ ਸਿੰਘ ਗਰੇਵਾਲ ਜੀ ਜੋ ਕਿ ਸੀਨੀਅਰ ਸੀਗੇ, ਉਹ ਸਾਨੂੰ ਵਿਛੋੜਾ ਦੇ ਗਏ ਨੇ। ਅਤੇ ਉਸ ਤੋਂ ਇਲਾਵਾ ਏਅਰਪੋਰਟ ਟੈਕਸੀ ਦੇ ਪ੍ਰਧਾਨ ਕਰਮ ਸਿੰਘ ਪੂਨੀਆ ਜੋ ਕਿ ਉਹ ਵੀ ਉੱਘੇ ਪੱਤਰਕਾਰ ਸਨ। ਉਹਨਾਂ ਨੂੰ ਬਹੁਤ ਸਾਲਾਂ ਤੋਂ ਅਸੀਂ ਜਗਦੀਸ਼ ਗਰੇਵਾਲ ਜੀ ਦੇ ਰੇਡੀਓ ਪ੍ਰੋਗਰਾਮ 770 AM 'ਤੇ ਸੁਣਦੇ ਆ ਰਹੇ ਹਾਂ ਸਵੇਰ ਦੇ ਵਿੱਚ, ਔਰ ਉਹਨਾਂ ਦੇ ਨਾਲ ਹਰ ਇੱਕ ਹੀ ਸਰੋਤਾ ਜੋ ਕਿ ਬਹੁਤ ਹੀ ਸੂਝਵਾਨ ਵਿਅਕਤੀ ਸਨ, ਹਰ ਇੱਕ ਸਰੋਤਾ ਜੋ ਉਹਨਾਂ ਦੇ ਨਾਲ ਜੁੜਿਆ, ਜਿਨ੍ਹਾਂ ਨੇ ਉਹਨਾਂ ਦੀਆਂ ਖਬਰਾਂ ਜਾਂ ਉਹਨਾਂ ਦਾ ਖਬਰਾਂ ਦੇ ਉੱਤੇ ਵਿਸਤਾਰ ਸੁਣਿਆ, ਅਤੇ ਉਹਨਾਂ ਨੇ ਉਹ ਸਾਰੇ ਹੀ ਉਹਨਾਂ ਨੂੰ ਮਿਸ ਕਰ ਰਹੇ ਨੇ। ਬਹੁਤ ਹੀ ਮੰਦਭਾਗੀਆਂ ਘਟਨਾਵਾਂ ਨੇ ਕਰੋਨਾ ਨੇ ਸਾਥੋਂ ਜੋ ਕੁਛ ਇਹ ਚੀਜ਼ਾਂ ਵਾਪਰ ਰਹੀਆਂ ਨੇ ਸਾਡੀ ਕਮਿਊਨਿਟੀ ਦੇ ਵਿੱਚ, ਬਹੁਤ ਹੀ ਅਣਹੋਣੀਆਂ ਨੇ। ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ IT ਪ੍ਰੋਫੈਸ਼ਨਲ ਅਤੇ ਰੀਅਲਟਰ ਸੁਸ਼ੀਲ ਸਹਿਗਲ ਜੀ ਪਹੁੰਚੇ ਨੇ ਜੋ ਕਿ ਦੂਸਰੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਹਾਜ਼ਰੀ ਲਵਾਉਣਗੇ। ਅਤੇ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਤੁਹਾਨੂੰ ਇੰਗਲੈਂਡ ਦੇ ਵਿੱਚ। ਇੰਗਲੈਂਡ ਤੋਂ ਸਾਡੇ ਪੱਤਰਕਾਰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਮਨਦੀਪ ਖੁਰਮੀ ਜੀ ਉਹ ਤੋਂ ਤੁਹਾਡੇ ਲਈ ਖਬਰਾਂ ਅਤੇ ਗੱਲਾਂ ਬਾਤਾਂ ਇੰਗਲੈਂਡ ਦਾ ਜੋ ਸੂਰਤ ਹਾਲ ਆ ਉਹ ਤੁਹਾਡੇ ਨਾਲ ਸਾਂਝਾ ਕਰਨੇ। ਮਨਦੀਪ ਜੀ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ ਜੀ। PTN 24 ਦੇ ਸਾਰੇ ਸੂਝਵਾਨ ਦਰਸ਼ਕਾਂ ਨੂੰ ਮਨਦੀਪ ਖੁਰਮੀ ਵੱਲੋਂ ਸਕਾਟਲੈਂਡ ਬਰਤਾਨੀਆ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਨਦੀਪ ਜੀ ਕੀ ਹਾਲ ਚਾਲ ਨੇ ਇੰਗਲੈਂਡ ਦੇ, ਦੱਸੋ ਸੂਰਤ ਹਾਲ ਸਾਰੇ ਯੂਰਪ ਦੇ। ਹਾਲ ਠੀਕ ਹੈ ਜੀ, ਕਿਉਂਕਿ ਬਰਤਾਨੀਆ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦਾ ਪ੍ਰਕੋਪ ਆ ਉਹ ਕੁਛ ਘਟਦਾ ਨਜ਼ਰ ਨਹੀਂ ਆ ਰਿਹਾ ਜੀ। ਹਾਲਾਤ ਇੱਥੋਂ ਤੱਕ ਬਣ ਗਏ ਕਿ ਕੁਛ ਕੁ ਦਿਨ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਜਿਹੜਾ ਬਰਤਾਨੀਆ ਗਾ ਉਹ ਇਸ ਗੱਲ ਨੂੰ ਕਰੋਨਾ ਵਾਇਰਸ ਨੂੰ ਠੱਲ ਪਾ ਲਊਗਾ ਤੇ ਨਾਲ ਹੀ ਜਿਹੜੀ ਆਪਣੀ ਵੈਕਸੀਨ ਸੀ, ਵੈਕਸੀਨ ਦੀ ਜਿਹੜੀ ਟ੍ਰਾਇਲ ਲੈ ਗਏ ਸੀ ਉਹ ਟ੍ਰਾਇਲ ਦੀ ਕੋਈ ਅਜੇ ਰਿਪੋਰਟ ਵੀ ਸਾਹਮਣੇ ਨਹੀਂ ਆਈ ਜੀ। ਤੇ ਜਿਹੜੇ ਸਿਹਤ ਮਾਹਰ ਆ ਉਹਨਾਂ ਵੱਲੋਂ ਹਾਲ ਦੀ ਘੜੀ ਇਹ ਚੇਤਾਵਨੀ ਕਹਿ ਲਓ ਜਾਂ ਇਹਨੂੰ ਰਾਏ ਕਹਿ ਲਓ, ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਵੀ ਕਈ ਵਾਰ ਆਪਾਂ ਟ੍ਰਾਇਲ ਲੈ ਲੈਂਦੇ ਹਾਂ ਜਾਂ ਉਸ ਤਰ੍ਹਾਂ ਦੀ ਕੋਈ ਮੈਡੀਸਿਨ ਤੇ ਕੰਮ ਕਰਨਾ ਸ਼ੁਰੂ ਕਰ ਲੈਂਦੇ ਹਾਂ, ਪਰ ਜ਼ਰੂਰੀ ਨਹੀਂ ਹੁੰਦਾ ਕਿ ਉਹ ਵੈਕਸੀਨ ਕੰਮ ਵੀ ਕਰੇ। ਕਹਿੰਦੇ ਵੀ ਜੇ ਹਾਲ ਦੀ ਘੜੀ ਕੋਈ ਵੈਕਸੀਨ ਤਿਆਰ ਨਹੀਂ ਵੀ ਹੁੰਦੀ ਤੇ ਸਾਨੂੰ ਇਹ ਸਿੱਖਣਾ ਪਊਗਾ ਕਿ ਅਸੀਂ ਰਹਿਣਾ ਕਿਵੇਂ ਆ ਜੀ। ਹਾਲ ਦੀ ਜਿਵੇਂ ਵੀ ਉਹਨਾਂ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ, ਹਦਾਇਤਾਂ ਇਹ ਵੀ ਜਿਹੜੀ ਸਮਾਜਿਕ ਦੂਰੀ ਆ ਉਸ ਤੇ ਹੀ ਉਹ ਜ਼ੋਰ ਪਾ ਰਹੇ ਆ। ਜਦੋਂ ਵੀ ਕਿਤੇ ਕੋਈ ਲੋਕਡਾਊਨ ਦੀ ਨਾਲ ਸੰਬੰਧਿਤ ਗੱਲ ਵੀ ਤੁਰਦੀ ਆ, ਕੰਮਾਂ ਕਿੱਤਿਆਂ ਤੇ ਵਾਪਸ ਮੁੜਨ ਦੀ ਗੱਲ ਵੀ ਤੁਰਦੀ ਆ, ਤੇ ਉਤੋਂ ਇਹੀ ਕਿਹਾ ਜਾ ਰਿਹਾ ਕਿ ਜਿਹੜੀ ਸੋਸ਼ਲ ਡਿਸਟੈਂਸ ਆ ਉਹ ਬਣਾ ਕੇ ਰੱਖਣਾ ਪੈਣਾ ਹੀ ਪੈਣਾ। ਤੇ ਜੇ ਆਪਾਂ ਹੁਣ ਦੀ ਗੱਲ ਕਰੀਏ ਉਹ ਇਹ ਆ ਕਿ ਜਿਹੜਾ ਰਾਸ਼ਟਰੀ ਅੰਕੜਾ ਦਫ਼ਤਰ ਆ ਉਹਨਾਂ ਵੱਲੋਂ ਕਿਹਾ ਗਿਆ ਕਿ 32,000 ਤੋਂ ਵੱਧ ਜਿਹੜੀਆਂ ਮੌਤਾਂ ਉਹ ਕਨਫਰਮ ਹੋ ਚੁੱਕੀਆਂ, ਤੇ ਜਿਨ੍ਹਾਂ ਕਰਕੇ ਬਰਤਾਨੀਆ ਹੁਣ ਇਟਲੀ ਤੋਂ ਵੀ ਅੱਗੇ ਲੰਘ ਗਿਆ, ਕਿਉਂਕਿ ਇਟਲੀ ਦੇ ਵਿੱਚ ਜਿਹੜੀ ਮੌਤਾਂ ਦੀ ਗਿਣਤੀ ਸੀ ਉਹ 29,000 ਤੇ 89 ਕੀ ਜਾ ਰਹੀ ਸੀ। ਪਰ ਹੁਣ ਜਿਹੜਾ ਕਿਹਾ ਇਹ ਜਾ ਰਿਹਾ ਕਿ 24 ਅਪ੍ਰੈਲ ਤੱਕ ਇੰਗਲੈਂਡ ਤੇ ਵੇਲਜ਼ 'ਚ ਜਿਹੜਾ ਮੌਤਾਂ ਦਾ ਅੰਕੜਾ ਉਹ 29,648 ਸੀ ਜੀ। ਸਕਾਟਲੈਂਡ ਤੇ ਉੱਤਰੀ ਜਿਹੜੇ ਇੰਗਲੈਂਡ ਦੇ ਅੰਕੜੇ ਮਿਲਾ ਕੇ ਕੁੱਲ ਗਿਣਤੀ ਹੈ ਜਿਹੜੀ ਉਹ 32,313 ਹੋ ਗਈ ਹੈ। ਇਹਨਾਂ ਅੰਕੜਿਆਂ ਮੁਤਾਬਕ ਜਿਹੜਾ ਹੁਣ ਬਰਤਾਨੀਆ ਉਹ ਇਟਲੀ ਤੋਂ ਅੱਗੇ ਲੰਘ ਗਿਆ। ਇੱਥੇ ਮੈਂ ਪਿਛਲੇ ਹਫ਼ਤੇ ਵੀ ਆਪਾਂ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਮੌਤਾਂ ਇਹੋ ਜਿਹੀਆਂ ਸੀ ਜਿਹੜੀਆਂ ਹਸਪਤਾਲਾਂ ਤੋਂ ਬਾਹਰ ਹੋਈਆਂ ਸੀ, ਜਿਵੇਂ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਕੇਅਰ ਹੋਮਸ ਦੇ ਵਿੱਚ ਹੋ ਗਈਆਂ ਜਾਂ ਜਿਹੜੇ ਘਰਾਂ ਦੇ ਵਿੱਚ ਹੋ ਗਈਆਂ। ਉਹ ਅੰਕੜੇ ਇਹਨਾਂ ਮੌਤਾਂ ਦੇ ਵਿੱਚ ਗਿਣਤੀ ਉਹਨਾਂ ਦੀ ਨਹੀਂ ਸੀ ਕੀਤੀ ਗਈ। ਪਰ ਜਦੋਂ ਕੇਅਰ ਹੋਮ ਜਿਹੜੀ ਫਰਮ ਸੀਗੀ ਕੇਅਰ ਇੰਗਲੈਂਡ ਉਹਨਾਂ ਵੱਲੋਂ ਦਬਾਅ ਪਾਇਆ ਗਿਆ ਸਿਹਤ ਸਕੱਤਰ ਤੇ, ਆਲੋਚਨਾ ਹੋਈ ਵੱਡੀ ਪੱਧਰ ਤੇ ਕਿ ਜਿਹੜੇ ਕੇਅਰ ਹੋਮਾਂ ਦੇ ਵਿੱਚ ਬਜ਼ੁਰਗਾਂ ਦੀਆਂ ਮੌਤਾਂ ਹੋ ਰਹੀਆਂ ਉਹ ਅੰਕੜਾ ਤੁਸੀਂ ਕਿਉਂ ਨਹੀਂ ਨਸ਼ਰ ਕਰ ਰਹੇ। 3 ਅਪ੍ਰੈਲ ਤੱਕ ਉਹਨਾਂ ਨੇ 217 ਮੌਤਾਂ ਕਹੀਆਂ ਸੀ, ਪਰ ਕੇਅਰ ਇੰਗਲੈਂਡ ਨੇ ਤੌਖਲਾ ਸੀ ਉਹਨਾਂ ਦਾ ਕਿ ਕਮ ਸੇ ਕਮ 7500 ਮੌਤ ਹੋਈ ਹੈ। ਉਹ ਗੱਲ ਸੱਚ ਸਾਬਤ ਹੋਈ ਹੈ ਇੱਕ ਤਰ੍ਹਾਂ। ਜਿਹੜੇ ਹੁਣ ਹਾਲ ਹੀ ਵਿੱਚ ਉਹਨਾਂ ਨੇ ਕੁੱਲ ਮੌਤਾਂ ਦੇ ਅੰਕੜਿਆਂ ਦੇ ਵਿੱਚ ਨਵੇਂ ਅੰਕੜੇ ਜੋੜੇ ਆ, ਉਹ 7713 ਜੋੜੇ ਆ ਜੀ।
ਇਸ ਬਾਰੇ ਮੈਂ ਪੁੱਛ ਰਿਹਾ, ਬਰਤਾਨੀਆ ਦੇ ਵਿੱਚ ਜਿਵੇਂ ਆਪਣੀ ਕਮਿਊਨਿਟੀ, ਆਪਣਾ ਪੰਜਾਬੀ ਪਾਕਿਸਤਾਨੀ ਭਾਈਚਾਰਾ, ਉਹਦੇ ਜੋ ਸੂਰਤੇ ਹਾਲ ਆ, ਉਹਨਾਂ ਦੇ ਜੋ ਜਨ ਜੀਵਨ ਤੇ ਅਸਰ ਆ, ਉਹ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਹਾਂਜੀ, ਪਹਿਲੀ ਗੱਲ ਤਾਂ ਵੀ ਆਪਾਂ ਜਿਹੜੇ ਵੀ ਸਮਾਜ ਦੇ ਵਿੱਚ ਰਹਿੰਦੇ ਆ, ਉੱਥੇ ਅਸੀਂ ਇਸ ਚੀਜ਼ ਨੂੰ ਅਲੱਗ ਲੈ ਕੇ ਨਹੀਂ ਚੱਲ ਸਕਦੇ। ਅਸੀਂ ਉਹਦੇ ਵਿੱਚ ਇਨਵੋਲਵ ਹੁੰਦੇ ਆ ਨਾ ਜੀ। ਤੇ ਜਿਹੜਾ ਆਪਣਾ ਪੰਜਾਬੀ ਭਾਈਚਾਰਾ ਕਹਿ ਲਈਏ, ਭਾਰਤੀ ਭਾਈਚਾਰਾ ਜਾਂ ਪਾਕਿਸਤਾਨੀ ਭਾਈਚਾਰਾ, ਉਹ ਵੀ ਉਸੇ ਸਮਾਜ ਦਾ ਹੀ ਅੰਗ ਆ। ਤੇ ਪਰ ਜਦੋਂ ਦੂਜੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅਸੀਂ ਭੱਜ ਨਹੀਂ ਰਹਿ ਸਕਦੇ। ਇੱਥੇ ਬੜੀਆਂ ਪਿਛਲੇ ਜਿਹੜਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਇੱਕ 84 ਸਾਲਾ ਜਿਹੜਾ ਮੈਰਾਥਨ ਦੌੜਾਕ ਸੀਗੇ ਭਾਈ ਅਮਰੀਕ ਸਿੰਘ, ਉਹਨਾਂ ਦੀ ਮੌਤ ਹੋਈ ਸੀ। ਉਹਦੇ ਬਾਅਦ 2-3 ਜਿਹੜੀਆਂ ਖਬਰਾਂ ਸੀਗੀਆਂ ਹੋਰ ਹਿਰਦੇ ਵਿਦਕ ਸੁਣਨ ਨੂੰ ਮਿਲੀਆਂ, ਜਿਹਦੇ ਵਿੱਚ ਬਰਤਾਨੀਆ ਦਾ ਇੱਕ ਦੁਭਾਸ਼ੀਆ ਕਹਿ ਲਓ ਕਿ ਅੰਗਰੇਜ਼ੀ ਤੇ ਪੰਜਾਬੀ ਇੱਕ ਤਰ੍ਹਾਂ ਕਮੇਡੀਅਨ ਸੀ, ਆਪਣੇ ਬ੍ਰਿਜ ਮੋਹਨ, ਬਹੁਤ ਹੀ ਬੀਬੇ ਇਨਸਾਨ ਸੀ, ਉਹਨਾਂ ਦੀ ਵੀ ਮੌਤ ਹੋਣ ਦਾ ਸਮਾਚਾਰ ਹੈ। ਤੇ ਨਾਲ ਹੀ ਸਾਹਿਤਕਾਰ ਸਤਪਾਲ ਡੁਲਕੂ ਜੀ, ਉਹਨਾਂ ਦੀ ਮੌਤ ਹੋਈ ਆ ਕਰੋਨਾ ਵਾਇਰਸ ਨਾਲ, ਜਿਹੜੇ ਨਵਾਂ ਸ਼ਹਿਰ ਦੇ ਨੌਰਾ ਪਿੰਡ ਨਾਲ ਸੰਬੰਧਿਤ ਸੀਗੇ। ਇਹਨਾਂ ਜਿਹੜੀਆਂ ਦੋਨੇ ਹਸਤੀਆਂ ਦਾ ਜਾਣਾ ਭਾਈਚਾਰੇ ਲਈ ਇੱਕ ਵੱਡਾ ਘਾਟਾ। ਤੇ ਨਾਲ ਹੀ ਜੇ ਆਪਾਂ ਪਾਕਿਸਤਾਨੀ ਭਾਈਚਾਰੇ ਦੀ ਗੱਲ ਕਰੀਏ ਤੇ ਇੱਕ ਡਾਕਟਰ ਸੀਗੇ 48 ਸਾਲਾ ਡਾਕਟਰ ਮਮੂਨਾ ਰਾਣਾ, ਉਹ ਇਸ ਸਮੇਂ ਬਰਤਾਨੀਆ ਦੀ ਪਹਿਲੀ ਡਾਕਟਰ ਬਣੀ ਆ ਜਿਹਦੀ ਹੁਣ ਤੱਕ ਕਰੋਨਾ ਵਾਇਰਸ ਨਾਲ ਮੌਤ ਹੋਈ ਹੈ, ਕਿਉਂਕਿ ਉਹ ਤਜਰਬੇਕਾਰ ਡਾਕਟਰ ਸੀ ਤੇ ਉਹਨਾਂ ਨੂੰ ਤੇ ਉਹਨਾਂ ਦੇ ਪਤੀ ਨੂੰ ਦੋਵਾਂ ਨੂੰ ਕਰੋਨਾ ਪੋਜ਼ਿਟਿਵ ਆਇਆ ਸੀ, ਪਰ ਉਹਨਾਂ ਦੀ ਮਮੂਨਾ ਰਾਣਾ ਦੀ ਮੌਤ ਹੋ ਗਈ। ਲਾਕਡਾਊਨ ਬਾਰੇ ਜਿਹੜਾ ਬਰਤਾਨੀਆ, ਉਹਦੀ ਕੀ ਸੋਚ ਰਿਹਾ, ਕਿੱਦਾਂ ਦਾ ਲਾਕਡਾਊਨ ਬਾਰੇ ਕੀ ਚੀਜ਼ਾਂ ਚੱਲ ਰਹੀਆਂ ਉੱਥੇ, ਦੱਸੋ ਜੀ ਇਸ ਬਾਰੇ। ਪਵਨ ਜੀ, ਜਿਹੜੀ ਲਾਕਡਾਊਨ ਦੀ ਸਥਿਤੀ ਆ, ਉਹ ਹਾਲਾਂਕਿ ਜਿਹੜੀ ਕਾਗਜ਼ਾਂ ਦੇ ਵਿੱਚ ਕਈ ਵਾਰ ਜ਼ਿਆਦਾ ਅਸਰਦਾਰ ਦਿਖਾਈ ਦਿੰਦੀ ਆ, ਪਰ ਜਦੋਂ ਅਸੀਂ ਬਾਹਰ ਦੇਖਦੇ ਆ ਇੱਕਾ ਦੁੱਕਾ ਜਿਹੜੇ ਜਿਵੇਂ ਆਪਾਂ ਕਹੀਏ ਜੁਰਮਾਨੇ ਹੁੰਦੇ ਆ, ਉਹਨਾਂ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕੋਈ ਜ਼ਿਆਦਾ ਦੇਖਣ ਨੂੰ ਨਹੀਂ ਮਿਲ ਰਿਹਾ। ਤੇ ਲਾਕਡਾਊਨ ਬਾਰੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸੀ ਜਿਹੜੇ, ਉਹ ਸਿਹਤਯਾਬ ਹੋ ਕੇ ਵਾਪਸ ਮੁੜੇ ਜਦੋਂ, ਤੇ ਉਹਨਾਂ ਨੇ ਇਹੀ ਇਸ਼ਾਰਾ ਕੀਤਾ ਸੀ ਕਿ ਅਸੀਂ ਅਗਲੇ ਹਫ਼ਤੇ ਲਾਕਡਾਊਨ ਬਾਰੇ ਜਿਹੜਾ ਕੁਝ ਨਾ ਕੁਝ ਐਲਾਨ ਕਰਾਂਗੇ। ਉਹ ਐਲਾਨ ਦੇ ਵਿੱਚ ਕੀ ਸੀ, ਬੱਚੇ ਜਿਹੜੇ ਪ੍ਰਾਇਮਰੀ ਸਕੂਲਾਂ ਵਾਲੇ ਜਾਂ ਸੈਕੰਡਰੀ ਸਕੂਲਾਂ ਵਾਲੇ, ਦੋਨਾਂ ਦੇ ਵਿੱਚੋਂ ਕਿਹੜੇ ਪਹਿਲਾਂ ਜਾਣਗੇ ਕੰਮ ਦੇ ਉੱਤੇ, ਜਿਹੜਾ ਜਿਹੜੇ ਕੰਮ ਆ ਉਹਨਾਂ ਨੇ ਕੀ ਦੂਰੀ ਬਣਾ ਕੇ ਰੱਖਣੀ ਆ, ਉਹਦੀ ਜਿਹੜੀ ਰਿਸਪੌਂਸਿਬਿਲਿਟੀ ਕਿਹਦੀ ਆ, ਇਸ ਤਰ੍ਹਾਂ ਦੀਆਂ ਜਿਹੜੀਆਂ ਐਲਾਨ ਕਰਨੇ ਸੀ ਉਹਨਾਂ ਨੇ ਹਜੇ ਕਰਨੇ ਬਾਕੀ ਆ। ਪਰ ਜੇ ਆਪਾਂ ਲਾਕਡਾਊਨ ਦੀ ਗੱਲ ਹੀ ਕਰੀਏ ਤਾਂ ਜਿਹੜਾ ਚੀਫ ਮੈਡੀਕਲ ਕ੍ਰਿਸਵਿਟੀ ਆ, ਉਹਨਾਂ ਦੇ ਕਹਿਣਾ ਕਿ ਜੇ ਅਸੀਂ ਅਜੇ ਵੀ ਗੰਭੀਰਤਾ ਨਾਲ ਨਾ ਲਿਆ ਤਾਂ ਕਰੋਨਾ ਵਾਇਰਸ ਦਾ ਬਰਤਾਨੀਆ ਦੇ ਵਿੱਚ ਜਿਹੜਾ ਦੂਜਾ ਹੱਲਾ ਉਹ ਬਹੁਤ ਭਿਆਨਕ ਹੋ ਸਕਦਾ, ਕਿਉਂਕਿ ਇਹ ਵਾਰ-ਵਾਰ ਕਿਹਾ ਜਾ ਰਿਹਾ ਕਿ 29-30 ਹਜ਼ਾਰ ਜਿਹੜੀਆਂ ਮੌਤਾਂ ਹੋਈਆਂ, ਇਹ ਪਹਿਲੇ ਹੱਲੇ ਦੀ ਸਿਖਰ ਹੈ ਜੀ। ਇੱਕ ਮੇਰਾ ਕੁਐਸਚਨ ਆ ਜੀ, ਅਗਲੀ ਜਿਹੜੀ ਆਪਾਂ ਖਬਰ ਤੇ ਜਾਣਾ ਬਈ, ਬਰਤਾਨੀਆ ਦੇ ਵਿੱਚ ਕਹਿੰਦੇ 에ਅਰਪੋਰਟ ਤੇ ਕਰੋਨਾ ਵਾਇਰਸ ਦੀ ਚੈਕਿੰਗ ਲਈ ਕੈਮਰੇ ਲੱਗ ਰਹੇ ਆ। ਇਹ ਕੁਐਸਚਨ ਤੋਂ ਪਹਿਲਾਂ ਮੇਰਾ ਤੁਹਾਡਾ ਮੈਂ ਉਹ ਤੇ ਨਜ਼ਰੀਆ ਵੀ ਲੈਣਾ ਚਾਹਣਾ ਕਿ ਜਿਹੜੇ ਕੈਮਰੇ ਲੱਗ ਰਹੇ ਆ, ਕੈਮਰੇ ਤੋਂ ਇਲਾਵਾ ਜਿਵੇਂ ਕੋਈ ਟੈਸਟ ਵਗੈਰਾ ਜਾਂ ਕੋਈ ਉੱਦਾਂ ਦੀ ਚੈਕਿੰਗ ਨਹੀਂ ਹੋ ਰਹੀ, ਕੋਈ ਟੈਸਟ ਜਿਵੇਂ ਤਾਪਮਾਨ, ਟੈਂਪਰੇਚਰ ਚੈੱਕ ਕਰਨਾ ਹੋਵੇ, ਇਦਾਂ ਦੀ ਕੋਈ ਸੁਵਿਧਾ ਨਹੀਂ ਹੈ 에ਅਰਪੋਰਟ ਤੇ? ਬਿਲਕੁਲ ਜੀ, ਇਹ ਨਾਰਮਲੀ ਕੀ ਹੋਇਆ ਨਾ, ਹੁਣ ਤੱਕ ਕਿਹਾ ਇਹ ਜਾ ਰਿਹਾ ਕਿ ਮਿਲੀਅਨਾਂ ਲੋਕ ਆਉਂਦੇ ਆ ਇੰਗਲੈਂਡ ਦੇ ਵਿੱਚ, ਪਰ ਇੱਥੇ ਇੱਕ ਅਣਗਹਿਲੀ ਕਹਿ ਲਓ ਜਾਂ ਪਤਾ ਨਹੀਂ ਕੀ ਕਹਿ ਸਕਦੇ ਆਪਾਂ ਇਹਨੂੰ, ਇਹ ਵੱਡੀ ਅਣਗਹਿਲੀ ਇਹ ਸੀ ਕਿ ਜਦੋਂ ਕਰੋਨਾ ਵਾਇਰਸ ਦਾ ਦੌਰ ਸ਼ੁਰੂ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਇਸ ਮਸਲੇ ਨੂੰ ਗੰਭੀਰਤਾ ਨਾਲ ਹੀ ਨਹੀਂ ਲਿਆ ਗਿਆ। ਤੇ ਜਿਹੜੇ ਕੈਮਰੇ ਲੱਗਣ ਦਾ ਮਤਲਬ ਇਹ ਆ ਵੀ ਉਹ ਕੈਮਰੇ ਇੱਕ ਤਰ੍ਹਾਂ ਬੰਦੇ ਦੇ ਸਰੀਰ ਦਾ ਤਾਪਮਾਨ ਚੈੱਕ ਕਰਨ ਵਾਲੇ ਕੈਮਰੇ ਆ। ਜਦੋਂ ਉਹਦੇ ਅੱਗੇ ਦੀ ਕੋਈ ਯਾਤਰੀ ਲੰਘਦਾ ਤੇ ਉਹਦੇ ਸਰੀਰ ਦੇ ਜਿਹੜਾ ਤਾਪਮਾਨ ਆ ਉਹ ਕੈਮਰੇ ਚੈੱਕ ਕਰਦੇ ਆ, ਜਿੱਥੇ ਕੋਈ ਗੜਬੜ ਦਿੰਦੀ ਆ ਤੇ ਜਿੱਥੇ ਅੰਦਰ ਕੰਟਰੋਲਰ ਬੈਠੇ ਆ ਉਹਨਾਂ ਕੋਲ ਉਹਦੀ ਜਾਣਕਾਰੀ ਜਾਂਦੀ ਆ। ਮੈਂ ਤੇ ਦੱਸਦਾ ਕਿ ਹਰ ਸਾਲ 8 ਲੱਖ ਲੋਕ ਜਿਹੜੇ ਬੋਰਨਮੌਥ 에ਅਰਪੋਰਟ ਆ ਉੱਥੋਂ ਰਾਹੀਂ ਬਰਤਾਨੀਆ ਦੇ ਵਿੱਚ ਦਾਖਲ ਹੁੰਦੇ ਸੀ, ਤੇ ਜਿਹੜੇ ਇਹ ਕੈਮਰੇ ਲਾਉਣ ਦੀ ਸ਼ੁਰੂਆਤ ਕੀਤੀ ਹੈ ਬੋਰਨਮੌਥ 에ਅਰਪੋਰਟ ਤੇ ਕੀਤੀ ਗਈ ਆ। ਹਾਲ ਦੀ ਘੜੀ 15,000 ਲੋਕ ਰੋਜ਼ਾਨਾ ਬਰਤਾਨੀਆ ਦੇ ਵਿੱਚ ਅਜੇ ਵੀ ਦਾਖਲ ਹੋ ਰਹੇ ਆ। ਤੇ ਜਿਹੜਾ ਸਭ ਤੋਂ ਵੱਡਾ 에ਅਰਪੋਰਟ ਕਹਿ ਲਈਏ ਆਪਾਂ ਹੀਥਰੋ, ਉੱਥੇ ਵੀ ਇਹ ਸੁਵਿਧਾ ਨਹੀਂ ਸੀ ਮਿਲ ਸਕੀ, ਪਰ ਉਹਨਾਂ ਨੇ ਹੁਣ ਜਿਹੜੇ ਬੌਸ ਆ ਉੱਥੋਂ ਦੇ, ਉਹਨਾਂ ਨੇ ਸਿਹਤ ਸਕੱਤਰ ਜਿਹੜੇ ਮੈਟ ਹੈਂਕੌਕ ਉਹਨਾਂ ਨੂੰ ਲਿਖ ਕੇ ਬੇਨਤੀ ਕੀਤੀ ਹੈ ਕਿ ਸਾਨੂੰ ਵੀ ਇਹ ਸਹੂਲਤ ਸ਼ੁਰੂ ਕਰਨੀ ਚਾਹੀਦੀ ਹੈ।
ਪਰ ਗੱਲ ਉਹੀ ਆ ਕਿ ਬੂਹੇ ਆਈ ਜਨ ਬਿਨੋ ਕੁੜੀ ਦੇ ਕੰਨ ਵਾਲੀ ਗੱਲ ਆ ਕਿ ਲੋਕ ਧੜਾ ਧੜ ਮਰ ਰਹੇ ਆ। ਜਿਹੜੀ ਇਹ ਸਾਵਧਾਨੀਆਂ ਸੀ ਜਿੱਥੇ ਹੋਰ ਮੁਲਕਾਂ ਨੇ ਹੋਰ ਦੇਸ਼ਾਂ ਨੇ ਇਹਨੂੰ ਪਹਿਲਾਂ ਹੀ ਬੜੀ ਗੰਭੀਰਤਾ ਨਾਲ ਲਿਆ, ਉੱਥੇ ਬਰਤਾਨੀਆ ਇਸ ਮਸਲੇ ਤੇ ਢਿੱਲ ਵਰਤ ਗਿਆ। ਬਿਲਕੁਲ ਜੀ। ਸਰੋਤੇ ਤੁਸੀਂ ਵੀ ਮਨਦੀਪ ਜੀ ਨੂੰ ਜੇਕਰ ਕੋਈ ਕੁਐਸਚਨ ਕਰਨਾ ਤਾਂ ਸਟੂਡੀਓ ਦੇ ਵਿੱਚ ਕਾਲ ਸਕਰੀਨ ਤੇ ਦਿੱਤੇ ਹੋਏ ਨੰਬਰ ਆ, ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਹੀ ਇਹ ਤਕਰੀਬਨ 8 ਵਜੇ ਤੱਕ ਰਹਿਣਗੇ ਤੇ ਸਟੂਡੀਓ ਦੇ ਨੰਬਰ ਨੇ 905 867 2770 905 867 2770 ਤੇ ਤੁਸੀਂ ਕਾਲ ਕਰ ਸਕਦੇ ਹੋ। ਮਨਦੀਪ ਜੀ ਆਪਾਂ ਪੰਜਾਬ ਵੱਲੀ ਹੁਣ ਰੁੱਖ ਕਰਦੇ ਆ ਥੋੜਾ ਜਿਹਾ। ਪੰਜਾਬ ਦੇ ਜਿਵੇਂ ਹੁਣ ਮੰਗਲਵਾਰ ਉੱਥੇ ਬੀਤ ਕੇ ਗਿਆ, ਬੁੱਧਵਾਰ ਦੀ ਸਵੇਰ ਹੋਣ ਵਾਲੀ ਹੈ, ਹੋ ਚੁੱਕੀ ਹੈ ਆਲਰੇਡੀ, ਤੇ ਪੰਜਾਬ ਬਾਰੇ ਤੁਸੀਂ ਕੁਝ ਚਾਨਣਾ ਪਾਓਗੇ ਵੀ ਕਿੱਦਾਂ ਦੇ ਹਾਲਾਤ ਚੱਲ ਰਹੇ ਨੇ ਉੱਥੇ? ਬਿਲਕੁਲ ਜੀ। ਜਿਹੜੇ ਆਪਣੇ ਕੋਲ, ਕਿਉਂਕਿ ਆਪਾਂ ਉਹਨਾਂ ਨਾਲੋਂ ਥੋੜਾ ਜਿਹਾ ਫਰਕ 'ਚ ਰਹਿੰਦੇ ਆ ਜੀ। ਹੁਣ ਜਿਹੜੇ ਮੰਗਲਵਾਰ ਦੇ ਅੰਕੜੇ ਦੱਸਦੇ ਆ ਵੀ 232 ਨਵੇਂ ਪੋਜ਼ਿਟਿਵ ਕੇਸ ਸਾਹਮਣੇ ਆਏ ਸੀ, ਜਿਹਦੇ ਵਿੱਚੋਂ 111 ਮਾਝੇ ਦੇ, ਯਾਨੀ ਕਿ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਤੋਂ। ਗੁਰਦਾਸਪੁਰ 'ਚ 49 ਤੇ ਤਰਨਤਾਰਨ ਦੇ ਵਿੱਚ 47 ਜਿਹੜੇ ਕੇਸ ਸਾਹਮਣੇ ਆਏ ਸੀ। ਜਿਹੜੇ ਮੰਗਲਵਾਰ ਦੇ ਮਰੀਜ਼ਾਂ ਨੂੰ ਮਿਲਾ ਕੇ ਜਿਹੜੀ ਗਿਣਤੀ ਸੀ ਉਹ 1400 ਤੇ 64 ਦੱਸੀ ਜਾ ਰਹੀ ਸੀ। ਤੇ ਹੁਣ ਤੱਕ ਜਿਹੜੀਆਂ 25 ਮੌਤਾਂ ਦੀ ਵੀ ਪੁਸ਼ਟੀ ਹੋਈ ਸੀ। ਮੰਗਲਵਾਰ ਨੂੰ ਫਾਜ਼ਿਲਕਾ 'ਚ 30, ਫਿਰੋਜ਼ਪੁਰ ਫਰੀਦਕੋਟ 'ਚ 26, ਸੰਗਰੂਰ 'ਚ 22, ਮੁਕਤਸਰ ਤੇ ਅੰਮ੍ਰਿਤਸਰ ਦੇ ਵਿੱਚ 15, ਮੋਗਾ 10, ਜਲੰਧਰ 9, ਕਪੂਰਥਲਾ 4 ਤੇ ਪਟਿਆਲਾ ਦੇ ਵਿੱਚ 2 ਜਿਹੜੇ ਕੇਸ ਸਾਹਮਣੇ ਆਏ ਸੀ। ਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਟੋਟਲ ਸੀਗੇ ਉਹ 226 ਦੱਸੀ ਜਾ ਰਹੀ ਹੈ ਗਿਣਤੀ। ਮੈਂ ਇੱਥੇ ਇੱਕ ਨਾਲ ਹੋਰ ਛੋਟੀ ਜਿਹੀ ਖਬਰ ਸਾਂਝੀ ਕਰਨੀ ਚਾਹੂੰਗਾ ਕਿ ਜਿਹੜੀ ਸਾਡੇ ਵਿੱਚ ਅਗਿਆਨਤਾ ਦਾ ਜਿਹੜਾ ਪਸਾਰਾ ਉਹ ਬਾਹਲੀ ਵੱਡੀ ਪੱਧਰ ਤੇ ਹੈ। ਮੁਕਤਸਰ ਦੇ ਬਠਿੰਡਾ ਰੋਡ ਦਾ ਇੱਕ 19 ਸਾਲਾਂ ਦਾ ਲੜਕਾ ਸੀਗਾ, ਜਦੋਂ ਪਤਾ ਲੱਗਿਆ ਕਿ ਉਹਨੂੰ ਕਰੋਨਾ ਵਾਇਰਸ ਪੋਜ਼ਿਟਿਵ ਆਇਆ ਤੇ ਉਹ ਘਰੋਂ ਫਰਾਰ ਹੋ ਗਿਆ। ਚਾਹੀਦਾ ਇਹ ਸੀ ਕਿ ਕਾਂਤਵਾਸ ਦੇ ਵਿੱਚ ਰਿਹਾ ਜਾਂਦਾ ਜਾਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਤੇ ਹੋ ਸਕਦਾ ਇਲਾਜ ਵੀ ਹੋ ਜੇ। ਫਿਲਹਾਲ ਉਹਨੂੰ ਪੁਲਿਸ ਲੱਭ ਰਹੀ ਸੀ। ਉਹੀ ਆ, ਬਿਲਕੁਲ ਪਤਾ ਨਹੀਂ ਕਿੰਨੀਆਂ ਜਾਨਾਂ ਨੂੰ ਉਹਨੇ ਗਾਂ ਨੁਕਸਾਨ ਪਹੁੰਚਾਉਣਾ, ਆਪਣੇ ਆਪ ਨੂੰ ਤਾਂ ਪਹੁੰਚਾ ਹੀ ਰਿਹਾ ਜੀ। ਤੇ ਇਸ ਤੋਂ ਇਲਾਵਾ ਜੋ ਠੇਕੇ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਵਿੱਚ ਤਾਂ ਨਹੀਂ ਹਲੇ ਖੁੱਲੇ, ਭਾਰਤ ਦੇ ਤਕਰੀਬਨ 5 ਰਾਜਾਂ ਦੇ ਵਿੱਚ ਜੋ ਇਹਨਾਂ ਨੇ ਠੇਕੇ ਖੋਲੇ ਨੇ, ਕਹਿੰਦੇ ਨੇ ਵੀ 550 ਕਰੋੜ ਤੋਂ ਕਰੀਬ ਸ਼ਰਾਬ ਦੀ ਵਿਕਰੀ ਹੋ ਰਹੀ ਆ। ਉਸ ਬਾਰੇ ਤੁਹਾਡੀ ਕੀ ਰਾਏ ਹੈ? ਕਿ ਕਿਉਂਕਿ ਇਹ ਕੋਈ ਸ਼ਰਾਬ, ਚਲੋ ਆਪਾਂ ਮੰਨ ਲੈਂਦੇ ਆ ਵੀ ਇਹ ਵੀ ਇੱਕ ਤਰ੍ਹਾਂ ਦਾ ਜ਼ਿੰਦਗੀ ਦਾ ਹਿੱਸਾ, ਲੋਕ ਜੋ ਪੀਂਦੇ ਨੇ, ਪਰ ਕੀ ਭਾਰਤ ਦੀ ਇਕਨੋਮੀ ਜਾਂ ਇਸੇ ਚੀਜ਼ ਤੇ ਨਿਰਭਰ ਰਹਿ ਗਈ ਹੈ? ਪਰ ਗੱਲ ਇਹ ਵੀ ਆ ਜਾਂਦੀ ਹੈ ਪਵਨ ਜੀ ਕਿ ਪਿੰਡ ਡੁੱਬਣ ਕਿਨਾਰੇ ਕਮਲੀ ਨੂੰ ਕੋਠੇ ਲਿਪਣ ਦੀ। ਮੈਂ ਕਹਿੰਦਾ ਕਿ ਜਦੋਂ ਦੁਨੀਆ ਭਰ ਦੇ ਵਿੱਚ ਤਰਾਹ ਹੋ ਰਹੀ ਹੈ, ਇਹ ਨਹੀਂ ਕਹਿੰਦਾ ਕਿ ਹੋਰਨਾਂ ਮੁਲਕਾਂ ਦੇ ਵਿੱਚ ਲੋਕ ਸ਼ਰਾਬ ਪੀਂਦੇ ਨਹੀਂ ਜਾਂ ਸ਼ਰਾਬ ਖਰੀਦਦੇ ਨਹੀਂ। ਚਲੋ ਆਪਾਂ ਇਹ ਵੀ ਮੰਨ ਲੈਂਦੇ ਹਾਂ ਕਿ ਜਿਹੜੀ ਕਮਾਈ ਆ ਹਰ ਪੱਖ ਤੋਂ ਹੀ ਸੋਚੀ ਜਾਂਦੀ ਆ। ਜੇ ਉਹ ਸ਼ਰਾਬ ਤੋਂ ਸੋਚੀ ਜਾਂਦੀ ਆ ਤੇ ਉਹ ਜਿਹੜਾ ਤੰਬਾਕੂ ਆ ਉਹ ਤੋਂ ਵੀ ਸੋਚੀ ਜਾਂਦੀ ਆ, ਜਾਂ ਜਿਹੜਾ ਖਾਦ ਪਦਾਰਥ ਆ, ਦੁੱਧ ਆ, ਜਿਹਦੇ ਵਿੱਚ ਆਪਾਂ ਇਹੋ ਜਿਹੀਆਂ ਚੀਜ਼ਾਂ ਵੀ ਲੈਂਦੇ ਆ, ਉਹ ਵੀ ਇੱਕ ਤਰ੍ਹਾਂ ਸਰਕਾਰ ਨੂੰ ਹੁਲਾਰਾ ਦਿੰਦੀਆਂ ਹਨ। ਪਰ ਜਿਹੜਾ ਕਾਰੋਬਾਰ ਦੇ ਮਸਲੇ ਦੇ ਜਿਹੜਾ ਸਰਕਾਰ ਦੇ ਖਜ਼ਾਨੇ ਦੇ ਵਿੱਚ, ਤਾਂ ਹੀ ਤਾਂ ਸਾਰੀਆਂ ਸਰਕਾਰਾਂ, ਸਾਰੇ ਸੂਬਾ ਸਰਕਾਰਾਂ ਵੀ ਇਹੀ ਰੌਲਾ ਪਾਉਂਦੀਆਂ ਕਿ ਸਾਨੂੰ ਖੁੱਲ੍ਹ ਦਿੱਤੀ ਜਾਵੇ ਸਾਨੂੰ। ਜਿਵੇਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਵਾਰ-ਵਾਰ ਕਹਿ ਰਹੇ ਆ ਕਿ ਮੈਂ ਇੰਨਾ ਘਾਟਾ ਕਿਵੇਂ ਕਰ ਲਾਂ। ਉੱਥੇ ਜੇ ਖਰੀਦਣ ਦਾ ਗੱਲ ਵੀ ਆਉਂਦੀ ਆ ਤੇ ਜਿਹੜੀਆਂ ਤਸਵੀਰਾਂ ਨਸ਼ਰ ਹੋਈਆਂ ਨਾ, ਉਹ ਦੁੱਖ ਦੇਣ ਵਾਲੀਆਂ ਖਬਰਾਂ ਤਸਵੀਰਾਂ ਸਾਹਮਣੇ ਆਉਂਦੀਆਂ। ਕਿਉਂਕਿ ਕਿੰਨੇ ਦਿਨ ਤੁਸੀਂ ਲੋਕਡਾਊਨ ਦੇ ਵਿੱਚ ਜਾਂ ਕਰਫਿਊ ਦੇ ਵਿੱਚ ਰਹੇ ਹੋ, ਜਾਬਤੇ ਦੇ ਵਿੱਚ ਵੀ ਰਹੇ ਹੋ, ਚਾਹੇ ਤੁੰਨ ਕੇ ਰੱਖਿਆ ਗਿਆ ਤੁਹਾਨੂੰ, ਪਰ ਜਦੋਂ ਇੱਕਦਮ ਜਾ ਕੇ ਠੇਕਿਆਂ ਦੇ ਮੂਹਰੇ ਲਾਈਨਾਂ ਲੱਗ ਗਈਆਂ ਤੇ ਉਹ ਤੁਹਾਡੇ ਮੂੰਹ ਦੇ ਵਿੱਚੋਂ ਟਪਕਦੀਆਂ ਹੋਈਆਂ ਜਿਹੜੀਆਂ ਲਾਲਾਂ ਉਹ ਸਾਫ਼ ਦਿਸ ਰਹੀਆਂ। ਕਿਉਂਕਿ ਉੱਥੇ ਠੇਕਿਆਂ ਦੇ ਮੂਹਰੇ ਜਾ ਕੇ ਇੱਕ ਦੂਜੇ ਦੇ ਮੋਢਿਆਂ ਉੱਤੋਂ ਦੀ ਚੜ ਕੇ ਬੋਤਲਾਂ ਫੜਨ ਵਾਲੇ ਲੋਕ, ਮੈਂ ਨਹੀਂ ਕਹਿੰਦਾ ਵੀ ਕਿਸੇ ਪਾਸਿਓਂ ਭੱਜ ਰਹਿਣਗੇ, ਉਹ ਬੋਤਲ ਲੈਣਗੇ, ਹੋ ਸਕਦਾ ਨਾਲ ਕਰੋਨਾ ਵਾਇਰਸ ਵੀ ਲੈ ਕੇ ਮੁੜਨ। ਜੀ ਬਿਲਕੁਲ। ਤੁਹਾਡੇ ਨਾਲ ਗੱਲ ਕਰਦੇ ਮੈਂ ਅਪਡੇਟ ਇੱਕ ਚੈੱਕ ਕੀਤੀ ਹੈ। ਜਿਹੜਾ ਇੰਡੀਆ ਦਾ ਅੰਕੜਾ 50,000 ਨੂੰ ਛੂਹਣ ਜਾ ਰਿਹਾ ਜੀ। 49,400 ਜੋ ਉੱਥੇ ਜੋ ਕਨਫਰਮ ਕੇਸ ਨੇ ਇੰਡੀਆ ਦੇ ਵਿੱਚ ਉਹ ਰਜਿਸਟਰਡ ਹੋ ਚੁੱਕੇ ਨੇ। ਤੇ ਇਸ ਬਾਰੇ ਤੁਹਾਡੀ ਕੀ ਰਾਏ ਹੈ? ਕਿਉਂਕਿ ਤਕਰੀਬਨ ਹੁਣ ਜਿਹੜਾ ਚਾਈਨਾ ਉਹ ਕੈਨੇਡਾ ਤੋਂ ਪਿੱਛੇ, ਕੈਨੇਡਾ ਜੋ ਚਾਈਨਾ ਤੋਂ ਫਿਲਹਾਲ ਥੋੜਾ ਜਿਹਾ ਪਿੱਛੇ ਆ, ਕਿਉਂਕਿ ਚਾਈਨਾ ਨੇ ਕੰਟਰੋਲ ਕਰ ਚੁੱਕਿਆ 82,000 ਤੇ ਇੰਡੀਆ ਬਾਰੇ ਤੁਹਾਡੇ ਕੀ ਹਾਲਾਤ ਆ ਵੀ ਜਿਹੜੇ ਲੋਕਡਾਊਨ ਦੇ ਵਿੱਚ ਇਹ ਥੋੜੀ ਜੀ ਸੌਖਾ ਕਰਨ ਜਾ ਰਹੇ ਆ, ਉਹਦਾ ਕੀ ਹਾਲਾਤ ਹੋਣਗੇ ਆਉਣ ਵਾਲੇ ਦਿਨਾਂ 'ਚ? ਪਹਿਲੀ ਗੱਲ ਤਾਂ ਜਿਹੜਾ ਲੋਕਡਾਊਨ ਆ ਜਾਂ ਕਰਫਿਊ ਦੀ ਢਿੱਲ ਆ ਜਾਂ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ, ਉਹ ਮਨੁੱਖਾਂ ਲਈ ਹੋ ਸਕਦਾ ਜੀ। ਜਿਹੜਾ ਮੈਂ ਪਿਛਲੀ ਵਾਰ ਵੀ ਆਪਾਂ ਗੱਲ ਕਰਦੇ ਸੀ ਕਿ ਕਰੋਨਾ ਵਾਇਰਸ ਨੂੰ ਨਹੀਂ ਪਤਾ ਕਿ ਤੁਸੀਂ ਕੌਣ ਹੋ, ਬਿਲਕੁਲ ਠੀਕ ਹੈ ਜੀ, ਉਹ ਤੁਰ ਨਹੀਂ ਸਕਦਾ, ਉਹ ਸਫ਼ਰ ਨਹੀਂ ਕਰਦਾ,
ਉਹ ਕਿਸੇ ਪਾਸੇ ਹਿਲਜੁਲ ਨਹੀਂ ਹੁੰਦੀ ਬਾਕੀ ਜਿਹੜੇ ਵਾਇਰਸਾਂ ਵਾਂਗ। ਪਰ ਜੇ ਅਸੀਂ ਬਾਹਰ ਜਾਂਦੇ ਹਾਂ ਤੇ ਅਸੀਂ ਉਹਨੂੰ ਲੈ ਕੇ ਆਉਣੇ ਆ। ਠੀਕ ਹੈ, ਹੁਣ ਜੇ ਇੱਕ ਸਰਕਾਰ ਇਹ ਕਵੇ ਕਿ 7 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਨੂੰ ਢਿੱਲਾ ਸਮਾਨ ਖਰੀਦਣ ਦੇ ਨਿਕਲੋ ਬਾਹਰ, ਤੇ ਅਸੀਂ ਟੋਲੇ ਬਣਾ ਨਿਕਲ ਲੈਂਦੇ ਹਾਂ। ਹੁਣ ਕਰੋਨਾ ਵਾਇਰਸ ਇਹ ਮਜ਼ਾਕ ਇਸੇ ਗੱਲੋਂ ਹੀ ਉੱਠਦੇ ਆ ਨਾ ਵੀ ਪੰਜਾਬ ਸਰਕਾਰ ਦੀ ਕਰੋਨਾ ਵਾਇਰਸ ਨਾਲ ਗੱਲ ਹੋ ਗਈ ਵੀ 7 ਤੋਂ 11 ਵਜੇ ਤੱਕ ਤੁਸੀਂ ਘੁੰਮੋ ਫਿਰੋ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਕੁਝ ਕਹਿੰਦਾ ਨਹੀਂ। ਗੱਲ ਕੀ ਹੈ, ਗੱਲ ਸੋਚਣ ਸਮਝਣ ਦੀ ਆ ਕਿ ਸਾਡੇ ਕੋਲ ਅਸੀਂ ਕਿੰਨੀ ਕੁ ਬੁੱਧੀ ਨਾਲ ਉਸ ਗੱਲ ਨੂੰ ਵਰਤ ਰਹੇ ਹਾਂ। ਮੈਂ ਤੁਹਾਨੂੰ ਇੱਥੇ ਛੋਟੀ ਜਿਹੀ ਗੱਲ ਕਰੂੰਗਾ ਕਿ ਇੱਕ ਵੀਰ ਦੀ ਟਿੱਪਣੀ ਸੀ ਕਿ ਵੀ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖਦੇ ਹੋ, ਤੁਸੀਂ ਖਬਰਾਂ ਸੁਣਨ ਚ, ਮੈਂ ਬਾਅਦ ਚ ਸ਼ੇਅਰ ਕਰਦਾ ਗੱਲ ਇਹ ਤੁਹਾਡੇ ਨਾਲ, ਕਿ ਜਿਹੜੇ ਮਾਸਕ ਵੀ ਆ, ਅਸੀਂ ਮਾਸਕ ਵੀ ਮੂੰਹ ਤੇ ਬੰਨ੍ਹਦੇ ਆ, ਉਹਦਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਇੱਕ ਸਟੈਂਡਰਡ ਤੈਅ ਕੀਤਾ ਜਾਂਦਾ ਕਿ ਉਹ ਜਿੱਥੋਂ ਬਣਦੇ ਆ, ਕਿਹੜੀ ਕੰਪਨੀ ਤੋਂ ਬਣਦੇ ਆ, ਉਹਦੇ ਅੰਦਰ ਸਟicker ਲੱਗਿਆ, ਉੱਤੇ CE ਲਿਖਿਆ, ਮਤਲਬ ਕਿ ਵੀ ਉਹ ਜਿਹੜੇ ਉਹਦੇ ਮਾਪਦੰਡਾਂ ਤੇ ਖਰਾ ਉਤਰਦਾ ਕਿ ਨਹੀਂ ਉਤਰਦਾ। ਤੇ ਜਿੱਥੇ ਉਹ ਜਿਹੜੇ ਲੋਕਾਂ ਨੂੰ ਇਹ ਨਾ ਪਤਾ ਹੋਵੇ ਮਾਸਕ ਚੀਜ਼ ਕੀ ਆ, ਜਾਂ ਮਾਸਕ ਆਉਂਦਾ ਕਿੱਥੋਂ ਆ, ਜਾਂ ਉਹਦੀ ਸ਼ੁੱਧ ਕਿਵੇਂ ਆ, ਜਾਂ ਉਹ ਅਸਲੀ ਕਿਹੜਾ, ਇਸ ਚੀਜ਼ ਦਾ ਵੀ ਨਾ ਪਤਾ ਹੋਵੇ, ਤੁਸੀਂ ਉੱਥੇ ਕਰੋਗੇ ਕੀ। ਮੈਂ ਪਿਛਲੇ ਹਫ਼ਤੇ ਇੱਕ ਡਾਕਟਰ ਅਵਿਰਲ ਬੱਸ ਸਕਾਟਲੈਂਡ ਦੇ NHS 'ਚ ਕੰਮ ਕਰਦੇ ਆ ਜੀ, ਉਹ ਰੋਸ਼ਨ ਦਿਮਾਗ ਸ਼ਖਸੀਅਤ ਆ, ਉਹਨਾਂ ਨਾਲ ਗੱਲ ਹੋਈ, ਇਸੇ ਵਿਸ਼ੇ ਤੇ ਗੱਲ ਹੋਈ ਸੀ ਕਿ ਜਿਹੜੇ ਭਾਰਤ ਦੇ ਵਿੱਚ ਕੀ ਹਾਲਾਤ ਹੋ ਸਕਦੇ ਆ ਕਰੋਨਾ ਵਾਇਰਸ ਬਾਰੇ। ਹਾਲਾਂਕਿ ਉਹ ਇੱਥੇ ਸਕਾਟਲੈਂਡ ਦੇ ਵਿੱਚ ਬਰਤਾਨੀਆ ਦੇ ਵਿੱਚ ਸੇਵਾ ਨਿਭਾ ਰਹੇ ਆ, ਪਰ ਉਹ ਇੱਕ ਭਾਰਤ ਮੂਲ ਦੇ ਜਾਂ ਪੰਜਾਬੀ ਹੋਣ ਦੇ ਨਾਤੇ ਉਹਨਾਂ ਦੀ ਡਾਕਟਰਾਂ ਦੇ ਨਾਲ ਵੀ ਕਾਫੀ ਹੈਗਾ ਮੇਲ ਮਿਲਾਪ ਆ, ਕਹਿ ਲਓ, ਹਨਾ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਗਗਨਦੀਪ ਕੌਰ ਸੰਧੂ ਬੋਲਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਇੱਕ ਸੈਕਿੰਡ ਹੋਲਡ ਰੱਖਿਓ ਜੀ। ਹੈਲੋ ਮਨਦੀਪ ਜੀ, ਆਵਾਜ਼ ਆਉਂਦੀ ਹੈ ਜੀ? ਹੈਲੋ ਮਨਦੀਪ ਜੀ, ਹੈਲੋ Call placed in parking spot. ਕੋਈ ਹੋਰ ਵਿਭਾਗ ਹੈ ਜੀ ਸੌਰੀ ਮਨਦੀਪ ਜੀ, ਤੁਹਾਨੂੰ ਮਾਫੀ ਚਾਹੁੰਦੇ ਆ ਕਿ ਆਪਣੀ ਜਿਹੜੀ ਤੁਸੀਂ ਗੱਲ ਕਰਦੇ ਸੀ ਉਹ ਵਿੱਚ ਕੱਟੀ ਗਈ ਆ। ਹੈਲੋ ਹਾਂਜੀ ਜੀ ਕੰਟੀਨਿਊ ਕਰੋ ਜੀ। ਹਾਂਜੀ, ਮੈਂ ਇਹ ਕਹਿ ਰਿਹਾ ਸੀ ਕਿ ਡਾਕਟਰ ਜਿਹੜੇ ਅਵਿਰਲ ਬੱਸ ਸੀ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਸੀ। ਉਹਨਾਂ ਨੇ ਵੀ ਇੱਕ ਜਨਤਕ ਪਲੇਟਫਾਰਮ ਤੋਂ ਇਹੀ ਗੱਲ ਕਹੀ ਸੀ ਕਿ ਜਿਹੜਾ ਭਾਰਤ ਆ ਉਹ ਬਰਤਾਨੀਆ ਨਾਲੋਂ ਲਗਭਗ 2-2.5 ਹਫ਼ਤੇ ਪਿੱਛੇ ਚੱਲ ਰਿਹਾ ਸੀ। ਵੀ ਜਦੋਂ ਬਰਤਾਨੀਆ ਇੱਕਦਮ ਚੋਟੀ ਤੇ ਆ ਗਿਆ ਨਾ ਕਰੋਨਾ ਵਾਇਰਸ ਕੇਸਾਂ ਦੇ ਮਾਮਲੇ 'ਚ, ਉਦੋਂ ਅਜੇ ਭਾਰਤ ਦੇ ਵਿੱਚ ਸ਼ੁਰੂਆਤ ਹੋ ਰਹੀ ਸੀ। ਉਹ ਕਹਿੰਦੇ ਵੀ ਇੱਥੇ ਸੁਹਿਰਦਤਾ ਨਹੀਂ ਦਿਖਾਈ ਜਾ ਰਹੀ, ਨਾ ਸਰਕਾਰ ਵੱਲੋਂ ਨਾ ਹੀ ਕਿਸੇ ਵਿਭਾਗ ਵੱਲੋਂ। ਤੇ ਉਹ ਕਹਿੰਦੇ ਵੀ ਜੇ ਇਸ ਮਸਲੇ ਤੇ ਇੱਥੇ ਸਟਾਰਟਿੰਗ ਦੇ ਉੱਤੇ ਹੀ ਜਿਹੜੀਆਂ ਸਖਤਾਈਆਂ ਜਾਂ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਬਹੁਤ ਵਧੀਆ ਨਤੀਜੇ ਸਾਹਮਣੇ ਆ ਸਕਦੇ ਆ, ਪਰ ਕੋਈ ਕੋਸ਼ਿਸ਼ ਨਹੀਂ ਹੋ ਰਹੀ। ਉਹਨਾਂ ਦਾ ਕਹਿਣਾ ਇਹ ਸੀ ਕਿ ਜਿਹੜੇ ਆਮ ਲੋਕ ਵੀ ਆ ਨਾ, ਉਹਨਾਂ ਲੋਕਾਂ ਦੇ ਵੀ ਦਿਮਾਗ 'ਚ ਇਹੀ ਗੱਲ ਘਰ ਕਰੀ ਬੈਠੀ ਸੀ ਵੀ ਅਸੀਂ ਤਾਂ ਜੀ ਲੱਕੜਾਂ ਚੱਬ ਜੀਏ, ਅਸੀਂ ਤਾਂ ਉਹ ਹਜਮ ਕਰ ਜਾਂਦੇ ਆ, ਸਾਡਾ ਜਿਹੜਾ ਇਮਿਊਨ ਸਿਸਟਮ ਆ ਉਹ ਤਾਂ ਸਾਡਾ ਬਹੁਤ ਹੀ ਜ਼ਿਆਦਾ ਜਾਣੀ ਕਿ ਵਧੀਆ, ਅਸੀਂ ਤਾਂ ਅਦਰਕ ਖਾਂਦੇ ਹਾਂ, ਅਸੀਂ ਤਾਂ ਲਸਣ ਖਾਂਦੇ ਹਾਂ। ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਗੁੰਮਰਾਹ ਕੁੰਨ ਪ੍ਰਚਾਰ ਆ, ਆਪਣੇ ਆਪ ਨੂੰ ਹਨੇਰੇ 'ਚ ਰੱਖਣ ਵਾਲੀ ਗੱਲ ਆ। ਤੁਸੀਂ ਜਿੰਨਾ ਮਰਜ਼ੀ ਖਾਈ ਚਲੋ, ਪਰ ਅਸਲ ਦੇ ਵਿੱਚ ਜਦੋਂ ਤੁਸੀਂ ਪੀੜਤ ਹੋਗੇ ਉਹਦੇ ਬਾਅਦ 'ਚ ਗੱਲ ਕਿੱਥੇ ਜਾ ਕੇ ਮੁੱਕਣੀ ਆ ਇਹ ਨਹੀਂ ਪਤਾ। ਬਿਲਕੁਲ ਜੀ, ਕਿਉਂਕਿ ਸਾਵਧਾਨੀ ਹੈ, ਜੋ ਸਾਵਧਾਨੀ ਜੇਕਰ ਆਪਾਂ ਵਰਤਾਂਗੇ, ਹੁਣ ਸਰਕਾਰਾਂ ਆਪਾਂ ਦੇਖਿਆ ਜਾਵੇ ਆਲ ਓਵਰ ਵਰਲਡ, ਇਹ ਹੁਣ ਜਿਵੇਂ ਜਨਵਰੀ ਤੋਂ ਚੱਲ ਰਿਹਾ, ਤਕਰੀਬਨ 4 ਮਹੀਨੇ ਦਾ ਵਕਫਾ ਹੋ ਚੁੱਕਾ ਹੈ, ਚੌਥਾ ਮਹੀਨਾ ਸ਼ੁਰੂ ਹੋ ਚੁੱਕਾ ਹੈ। ਉਹਦੇ ਵਿੱਚ ਮੈਂ ਇਹ ਚੀਜ਼ ਤੁਹਾਨੂੰ ਪੁੱਛਣੀ ਚਾਹੁੰਦਾ ਵੀ ਜਿਵੇਂ ਹੁਣ ਆਪਾਂ ਇੰਡੀਆ ਦੇ ਵਿੱਚ ਕਹਿੰਦੇ ਆ ਵੀ ਆਹੋ, ਕਿਉਂਕਿ ਸਾਰੇ ਇਹ ਤੁਸੀਂ ਦੇਖੋ, ਤੁਸੀਂ ਭਾਰਤ ਦੇ ਵਿੱਚ ਜਨਮੇ ਹੋ, ਮੇਰਾ ਵੀ ਜਨਮ ਉੱਥੇ ਹੋਇਆ, ਹੋਰ ਵੀ ਜੋ ਆਪਣੀ ਕਮਿਊਨਿਟੀ ਹੁਣ ਸੁਣ ਰਹੀ ਹੈ ਇਸ ਵਕਤ, ਕਿਉਂਕਿ ਉਹਦੇ ਵਿੱਚ ਕੀ ਚੀਜ਼ ਆ, ਆਪਾਂ ਨੂੰ ਆਪਣੇ ਦੇਸ਼ ਦੇ ਨਾਲ ਪਿਆਰ ਹੈ ਕਿ ਹਾਂ ਬਈ ਉੱਥੇ, ਕਿਉਂਕਿ ਉਹ ਕਹਿੰਦੇ ਨਹੀਂ ਹੁੰਦੇ ਵੀ ਆਪਾਂ ਇੱਥੇ ਤਾਂ ਰਹਿ ਰਹੇ ਹਾਂ, ਇੱਥੇ ਰਹਿੰਦੇ ਹੋਇਆ ਵੀ ਜਾਗਦੇ ਸੌਂਦੇ ਹਰ ਵੇਲੇ ਉੱਥੋਂ ਦਾ ਪਿੱਛੇ ਤੁਹਾਡੇ, ਕਿਉਂਕਿ ਆਪਣੀਆਂ ਜੜ੍ਹਾਂ ਉੱਥੇ ਨੇ, ਉੱਥੇ ਆਪਾਂ ਸੋਚ ਰਹੇ ਹਾਂ ਕਿ ਵੀ ਉੱਥੋਂ ਇੱਥੇ ਤਾਂ ਆਪਾਂ ਬੈਠੇ ਆ, ਕਿਉਂਕਿ ਇੰਡੀਆ ਵਾਲਿਆਂ ਨੂੰ ਇੰਨਾ ਨਹੀਂ ਫਿਕਰ ਹੁੰਦਾ ਵੀ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਚੱਲਿਆ। ਹਾਂਜੀ ਬਿਲਕੁਲ ਜੀ, ਅਸਲ ਦੇ ਵਿੱਚ ਕੀ ਆ ਨਾ, ਜਿਹੜਾ ਪਰਦੇਸੀ ਆ ਉਹ ਦੂਰਾ ਵਣਵਾਸ ਭੋਗਦਾ। ਨੰਬਰ 1 ਤਾਂ ਉਹ ਆਪਣੇ ਪਰਿਵਾਰਾਂ ਦੇ ਵਿੱਚੋਂ
ਬਸੇ ਰਸੇ ਪਰਿਵਾਰਾਂ ਦੇ ਵਿੱਚੋਂ ਮਾਂ ਪਿਓ ਭੈਣ ਭਾਈਆਂ ਨੂੰ ਛੱਡ ਕੇ ਆਉਂਦਾ। ਨੰਬਰ 1 ਤਾਂ ਬਨਵਾਸ ਉਹ ਹੁੰਦਾ ਜੀ। ਦੂਜਾ ਉਹ ਮਾਨਸਿਕ ਬਨਵਾਸ ਇਹ ਭੋਗਦਾ ਕਿ ਉਹ ਰਹਿੰਦਾ ਵਿਦੇਸ਼ ਦੇ ਵਿੱਚ ਆ ਤੇ ਉਹਦੀ ਸੁਰਤੀ ਜਾਂ ਉਹਦਾ ਸਾਹ ਜਿਹੜੇ ਲੈਂਦਾ ਉਹ ਆਪਦੇ ਪਿੰਡ ਆਪਦੇ ਘਰ ਦੇ ਵਿਹੜੇ 'ਚ ਜਾ ਕੇ ਹੀ ਲੈਂਦਾ। ਬਿਲਕੁਲ ਇਹ ਜਾਨੀ ਕਿ ਦੁਬਿਧਾ 'ਚ ਰਹਿੰਦਾ ਬੰਦਾ। ਤੇ ਜਦੋਂ ਤੁਸੀਂ ਉੱਥੇ ਕੋਈ ਗੱਲ ਕਰਦੇ ਹੋ, ਹਾਲਾਂਕਿ ਜੇ ਆਪਾਂ ਸਿਸਟਮ ਦੇ ਹਿਸਾਬ ਨਾਲ ਹੀ ਸੋਚੀਏ ਕਿ ਸਾਨੂੰ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਜਾਂਦੇ 2-2 3-3 ਸਾਲ ਦੇ ਬੱਚੇ ਵੀ ਆ, 4-4 ਸਾਲ ਦੇ ਬੱਚੇ ਆ, ਉਹਨਾਂ ਨੂੰ ਛੁੱਟੀਆਂ ਮਿਲਣ ਤੋਂ ਪਹਿਲਾਂ, ਲੋਕਡਾਊਨ ਤੋਂ ਪਹਿਲਾਂ ਇਹ ਚੀਜ਼ ਸਭ ਕੱਲੀ ਗੱਲ ਛੋਟੇ ਬੱਚਿਆਂ ਨੂੰ ਵੀ ਸਿਖਾਈ ਗਈ ਸੀ ਵੀ ਜੋ ਤੁਸੀਂ ਘਰੇ ਹੋਵੋ ਜਾਂ ਕਿਤੇ ਬਾਹਰ ਜਾਵੋ, ਹੱਥ ਤੁਸੀਂ ਕਿਵੇਂ ਧੋਣੇ ਆ, ਕਿੰਨਾ ਟਾਈਮ ਧੋਣੇ ਆ, ਕਿਸ ਤਰ੍ਹਾਂ ਧੋਣੇ ਆ। ਪਰ ਮੈਂ ਲਗਾਤਾਰ ਜੁੜਿਆ ਰਹਿੰਦਾ ਕਰਕੇ ਮੈਂ ਕਹਿੰਦਾ ਕਿ ਮੈਂ ਅਲੱਗ-ਅਲੱਗ ਥਾਵਾਂ ਤੇ ਜਦੋਂ ਵੀ ਕਿਤੇ ਫੋਨ ਕਰਕੇ ਕੋਸ਼ਿਸ਼ ਕੀਤੀ ਆ ਤੇ ਮੇਰੀ ਮਾਂ ਦੀ ਉਮਰ ਦੀਆਂ ਮਾਤਾਵਾਂ, ਉਹਨਾਂ ਦੇ ਦਿਮਾਗ 'ਚ ਅਜੇ ਵੀ ਇਹ ਗੱਲ ਆ ਜਦੋਂ ਪੁੱਛੀਦਾ ਕਿ ਤੁਹਾਡੇ ਕੀ ਹਾਲਾਤ ਆ, ਭਾਈ ਇਹ ਨਵਾਂ ਹੀ ਰਿਵਾਜ ਚੱਲਿਆ। ਕਹਿਣ ਦਾ ਮਤਲਬ ਕਿ ਉੱਥੇ ਜਿਹੜਾ ਕਰੋਨਾ ਵਾਇਰਸ ਆ ਉਹ ਵੀ ਸੂਟਾਂ ਦੇ ਰਿਵਾਜ ਵਾਂਗੂ ਇੱਕ ਰਿਵਾਜ ਵਾਂਗੂ ਸਮਝਿਆ ਜਾ ਰਿਹਾ, ਉਹਦੀ ਭਿਆਨਕਤਾ ਤੇ ਕੋਈ ਬਾਹਲਾ ਕੰਨ ਨਹੀਂ ਕਰਿਆ ਜਾ ਰਿਹਾ। ਕਿਉਂਕਿ ਇਹੀ ਹੈ, ਕਿਉਂਕਿ ਸੋਚ ਹੈ ਜੋ ਆਪਾਂ ਬੈਠੇ ਆ ਇੱਥੇ, ਆਪਾਂ ਨੂੰ ਹੁੰਦਾ ਵੀ ਆਹ ਚੀਜ਼ ਹੈ, ਕਿਉਂਕਿ ਅਗਲੇ ਨੂੰ ਹੁੰਦਾ ਵੀ ਇਹਨੇ ਮੇਰੇ ਘਰ ਥੋੜੀ ਆਉਣਾ, ਕਿਉਂਕਿ ਹੁਣ ਕਿਸੇ ਨੂੰ ਕੀ ਪਤਾ ਇਹ ਚੀਜ਼ ਇਦਾਂ ਦੀ ਹੈ ਵੀ ਆਪਾਂ ਨੂੰ ਚੱਕ ਕੇ ਆਪਾਂ ਆਪਣੇ ਘਰ ਲੈ ਕੇ ਆਉਣੇ ਆ। ਕਿਉਂਕਿ ਇਹਨੇ ਤਾਂ ਨਾ ਤਾਂ ਕੋਈ ਦੇਖਣਾ ਬਈ ਇਹ ਮੁੱਖ ਮੰਤਰੀ ਆ, ਨਾ ਕੋਈ ਦੇਖਣਾ ਇਹ ਪ੍ਰਧਾਨ ਮੰਤਰੀ ਆ, ਨਾ ਕੋਈ ਦੇਖਣਾ ਵੱਡਾ ਛੋਟਾ ਅਮੀਰ ਗਰੀਬ, ਕਿਉਂਕਿ ਜਿਹਨੇ ਉਹ ਚੀਜ਼ ਤੇ ਅਣਗਹਿਲੀ ਕਰ ਲਈ, ਸਾਵਧਾਨੀ ਵੀ ਆਪਾਂ ਵਰਤਦੇ ਹਾਂ। ਕਿਉਂਕਿ ਦੇਖੋ ਜਦੋਂ ਆਪਾਂ ਇਹ ਚੀਜ਼ਾਂ ਹੁੰਦੀਆਂ ਨੇ ਸਾਵਧਾਨੀ ਵਰਤਦੇ ਹਾਂ, ਕਿਤੇ ਨਾ ਕਿਤੇ ਆ ਕੇ ਉਹ ਚੀਜ਼ ਆਪਾਂ ਨੂੰ ਧਿਆਨ ਰੱਖਣਾ ਪੈਣਾ। ਕਿਉਂਕਿ ਜੇ ਸਰਕਾਰਾਂ ਕਹਿੰਦੀਆਂ ਨੇ ਕਿ ਵੀ ਘਰੇ ਰਹੋ, ਸੇਫ ਰਹੋ, ਸੁਰੱਖਿਅਤ ਰਹੋ, ਕਿਉਂਕਿ ਆਪਾਂ ਨੂੰ ਉਹਨਾਂ ਦੇ ਹੁਕਮ ਜੋ ਮੰਨਣੇ ਪੈਣੇ ਨੇ, ਕਿਉਂਕਿ ਜੇਕਰ ਹੁਕਮ ਨਹੀਂ ਮੰਨਾਂਗੇ। ਜੀ ਹਾਂਜੀ, ਮੈਂ ਇੱਥੇ ਇੱਕ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਵਾਇਰਸ ਨੇ ਇਹ ਨਹੀਂ ਦੇਖਣਾ ਵੀ ਇਹ ਰਾਜਾ ਰੰਕ ਹੈ। ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਉਹ ਮੌਤ ਦੇ ਨੇੜਿਓਂ ਮੁੜ ਕੇ ਆਏ ਜੀ, ਤੰਦਰੁਸਤ ਹੋ ਗਏ। ਉਹਨਾਂ ਨੇ ਵੀ ਇਹ ਗੱਲ ਦੱਸੀ ਕਿ ਮੈਂ ਕਿੰਨੀ ਭਿਆਨਕ ਤਸਵੀਰ ਦੇਖੀ ਆ, ਆਪਣੇ ਆਪ ਨਾਲ ਯੁੱਧ ਕੀਤਾ। ਮੈਨੂੰ ਮੇਰੇ ਜਿਹੜੀ ਆਕਸੀਜਨ ਵਾਲੀਆਂ ਪਾਈਪਾਂ ਲੱਗੀਆਂ ਸੀ, ਮੈਂ ਉਹ ਕਿਹੜੇ ਹਾਲਾਤਾਂ ਦੇ ਵਿੱਚ ਮੈਂ ਉਹਨਾਂ ਨਾਲ ਜਾਣੀ ਕਿ ਸੋਚਦਾ ਕੀ ਸੀ ਮੈਂ ਉਸ ਟਾਈਮ ਅਖੀਰ ਤੇ। ਉਹਦੇ ਨਾਲ ਹੀ ਜਿਹੜਾ ਆਪਣੇ ਭਾਰਤੀ ਮੂਲ ਦੇ ਜਿਹੜੇ ਸਾਡੇ ਪੰਜਾਬੀ MP ਆ ਵਰਿੰਦਰ ਸ਼ਰਮਾ ਜੀ, ਮੇਰੀ ਉਹਨਾਂ ਨਾਲ ਵੀ ਗੱਲ ਹੋਈ। ਉਹਨਾਂ ਨੇ ਵੀ ਨਿੱਜੀ ਤੌਰ ਤੇ ਇਹ ਗੱਲ ਦੱਸੀ ਕਿ ਕਹਿੰਦੇ ਕਈ ਵਾਰ ਅਸੀਂ ਪਰਿਵਾਰ ਦੇ ਵਿੱਚ ਕੋਈ ਗੱਲ ਕਰਨ ਤੋਂ ਜੱਕ ਜਾਂਦੇ ਆ, ਜਿਹੜੀ ਮੈਂ ਗੱਲ ਕਦੇ ਪਰਿਵਾਰ 'ਚ ਬਹਿ ਕੇ ਵੀ ਨਹੀਂ ਕੀਤੀ, ਕਿ ਜਦੋਂ ਮੈਂ ਬੈੱਡ ਤੇ ਸੀ ਜਾਂ ਮੈਂ ਜਿਹੜੇ ਸਿਹਤ ਕਾਮੇ ਸੀ ਜਦੋਂ ਮੇਰੇ ਕੋਲ ਸੀ, ਮੇਰੇ ਉਹ ਦੇਖਭਾਲ ਦੇ ਵਿੱਚ ਸੀ, ਕਹਿੰਦੇ ਵੀ ਮੈਂ ਇੱਕ ਦੁਬਿਧਾ ਵਿੱਚ ਹੀ ਜਿਉ ਰਿਹਾ ਸੀ ਕਿ ਖੁਦ ਨੂੰ ਇਹ ਹੁੰਦਾ ਸੀ ਵੀ ਪਤਾ ਨਹੀਂ ਅਗਲਾ ਸਾਹ ਆਵੇ ਜਾਂ ਨਾ ਆਵੇ। ਕਹਿੰਦੇ ਵੀ ਇੰਨੀ ਭਿਆਨਕਤਾ ਮੌਤ ਨੂੰ ਨੇੜਿਓਂ ਦੇਖਣ ਦੇ ਬਾਵਜੂਦ 73 ਸਾਲ ਦੀ ਉਮਰ ਦੇ ਵਿੱਚ ਬੰਦਾ ਤੰਦਰੁਸਤ ਹੋ ਕੇ, ਠੀਕ ਆ, ਉਹ ਸਾਨੂੰ ਦੱਸ ਰਿਹਾ ਹੋਵੇ, ਉਹਦੇ ਦੱਸਣ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੈ ਨਾ। ਤੇ ਜੇ ਅਸੀਂ ਫੇਰ ਵੀ ਨਾ ਮੰਨੀਏ, ਫਿਰ ਤਾਂ ਇਹ ਕਹੋ ਕਿ ਆ ਬੈਲ ਮੁਝੇ ਮਾਰਨ ਵਾਲੀ ਗੱਲ ਆ ਵੀ ਚਲੋ ਜੀ ਬਸ ਅਸੀਂ ਆ ਗਏ ਤੇ ਚੱਕ ਲੋ ਸਿੰਘਾਂ ਤੇ। ਜੀ ਮਨਦੀਪ ਜੀ, ਆਪਾਂ ਚੱਲਦੇ ਹਾਂ ਜੀ ਕਾਲ ਤੇ, ਕਿਉਂਕਿ ਟੈਕਨੀਕਲ ਥੋੜੀ ਡਿਫਿਕਲਟੀ ਆ ਰਹੀ ਹੈ। 1 ਸੈਕਿੰਡ ਕਰਦੇ ਹਾਂ ਜੀ ਨੈਕਸਟ ਕਾਲ ਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਗਗਨਦੀਪ ਕੌਰ ਸੰਧੂ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਭੈਣ ਜੀ? ਵਧੀਆ ਜੀ, ਤੁਸੀਂ ਦੱਸੋ? ਹਾਂਜੀ ਦੱਸੋ ਜੀ। ਹਾਂਜੀ, ਅੱਜ ਵੀਰ ਜੀ ਹੁਣੀ ਇੰਗਲੈਂਡ ਤੋਂ ਆਏ ਸੀ ਤੇ ਮੈਂ ਸ਼ੋਅ ਦੇਖ ਰਹੀ ਸੀ। ਅੱਜ ਕੱਲ ਜਿਹੜਾ ਕਰੋਨਾ ਵਾਇਰਸ ਆ ਉਹ ਇੰਗਲੈਂਡ ਵਿੱਚ ਵੀ ਬਹੁਤ ਜ਼ਿਆਦਾ ਵੱਧ ਗਿਆ ਵਾ। ਅਮਰੀਕਾ ਦੇ ਨਾਲ ਹੀ ਉਹਨਾਂ ਦੀ ਹੁਣ ਗਿਣਤੀ ਨਾਲ ਜਲਦੀ ਮਿਲਦੀ ਹੋਣ ਲੱਗ ਗਈ ਆ ਜੀ। ਹਾਂਜੀ, ਤੇ ਇਹ ਕੀ ਸਰਕਾਰਾਂ ਦੀਆਂ ਅਣਗਹਿਲੀਆਂ ਸੀ? ਜਦੋਂ ਉਹਨਾਂ ਨੂੰ ਪਤਾ ਸੀ, ਜਦੋਂ WHO ਨੇ ਉਹਨਾਂ ਨੂੰ ਵਾਰਨ ਕੀਤਾ ਹੋਇਆ ਸੀ, ਉਦੋਂ ਸਰਕਾਰਾਂ ਨੇ ਕੁਝ ਕਿਉਂ ਨਹੀਂ ਕੀਤਾ? ਕਿੰਨੀਆਂ ਕੰਟਰੀਜ਼, ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾਤਾ ਉਹਨਾਂ ਨੇ, ਕਿਸੇ ਦੀ ਲਾਈਫ ਬਾਰੇ ਸੋਚਿਆ ਨਹੀਂ ਉਹਨਾਂ ਨੇ। ਉਦੋਂ ਉਹਨਾਂ ਨੇ ਕਿਉਂ ਨਹੀਂ ਕੋਈ ਸਟੈਪ ਲਿਆ ਕਿ ਇਹਨੂੰ ਰੋਕਿਆ ਜਾ ਸਕਦਾ ਸੀਗਾ? ਉਦੋਂ ਜਦੋਂ ਥੋੜੀ ਹੁੰਦੀ ਹੈ ਬਿਮਾਰੀ, ਉਦੋਂ ਇਲਾਜ ਨਾਲ ਵੀ ਠੀਕ ਹੁੰਦੀ ਹੈ, ਜਾਂ ਪਰਹੇਜ਼ ਉਦੋਂ ਤੋਂ ਕੀਤਾ ਹੁੰਦਾ ਤੇ ਇੰਨੀ ਬਿਮਾਰੀ ਨਹੀਂ ਸੀ ਵੱਧ ਸਕਦੀ। ਜੀ ਬਿਲਕੁਲ ਜੀ। ਹੈਲੋ ਮਨਦੀਪ ਜੀ, ਹੈਲੋ ਮਨਦੀਪ ਜੀ, ਹੈਲੋ ਹੈਲੋ। ਹਾਂਜੀ 1 ਸੈਕਿੰਡ ਜੀ, ਸਾਡਾ ਟੈਕਨੀਕਲ ਥੋੜੀ ਪ੍ਰੋਬਲਮ ਆ ਰਹੀ ਹੈ। 1 ਸੈਕਿੰਡ। Call placed in parking spot. ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਜੀ। ਹਾਂਜੀ, ਮੈਂ ਪ੍ਰੋਗਰਾਮ ਦੇਖ ਰਿਹਾ ਸੀ, ਬੜੇ ਵਧੀਆ ਵਿਚਾਰ ਚੱਲਦੇ ਪਏ ਸੀ ਵੀਰਾਂ ਦੇ ਜੀ।
ਤੇ ਵੀਰ ਜੀ ਜਿੱਦਾਂ ਹੈ ਤਾਂ ਚਲੋ ਬਹੁਤ ਚਿੰਤਾ ਦਾ ਵਿਸ਼ਾ ਵਾ, ਸਾਰੇ ਪੂਰੇ ਵਰਲਡ ਲਈ ਇਸ ਟਾਈਮ ਬਣਿਆ ਪਿਆ ਇਹ ਜੀ। ਤੇ ਪਰ ਦੇਖੋ ਇੰਨੇ ਅਗਾਂਹ ਵਧੂ ਮੁਲਕ ਹੋ ਕੇ ਵੀ ਇੰਨੇ ਪਿੱਛੇ ਜਾ ਰਹੇ ਆ। ਅਮਰੀਕਾ ਦੇਖੋ ਕਿੰਨਾ ਇਸ ਬਿਮਾਰੀ ਨੇ ਜਕੜ ਲਿਆ ਵਾ, ਉਸ ਤੋਂ ਬਾਅਦ ਹੁਣ ਇੰਗਲੈਂਡ ਦੇ ਵਿੱਚ ਹੀ ਇੱਕਦਮ ਜ਼ੋਰ ਫੜ ਲਿਆ ਵਾ। ਇੰਡੀਆ ਨੇ ਉਹਦੇ ਇਹਨਾਂ ਦੇ ਮੁਕਾਬਲੇ ਸਟੈਪ ਤਾਂ ਬਹੁਤ ਵਧੀਆ ਚੁੱਕਿਆ ਸੀ ਕਿ ਫੁੱਲ ਸ਼ਟਡਾਊਨ ਕਰ ਦਿੱਤਾ ਉਹਨਾਂ ਨੇ ਜੀ, ਬਟ ਉੱਥੇ ਫਿਰ ਵੀ ਹੁਣ ਕੇਸਾਂ ਦੀ ਗਿਣਤੀ ਇੱਕਦਮ ਜ਼ਿਆਦਾ ਵਧੀ ਆ ਕਿ ਕਿਤੇ ਨਾ ਕਿਤੇ ਉਹਨਾਂ ਦੇ ਟੈਸਟਾਂ ਦੇ ਵਿੱਚ ਜਾਣੀ ਕਿ ਕੋਈ ਹੈ ਗੜਬੜ। ਕਿਉਂਕਿ ਦੇਖੋ ਕਿ ਹੁਣ ਜਿਹੜੇ ਯਾਤਰਾ ਤੋਂ ਆਏ ਸੀ ਉੱਥੇ ਹਜੂਰ ਸਾਹਿਬ ਦੀ ਯਾਤਰਾ ਤੋਂ ਸੰਗਤ ਆਈ ਸੀਗੀ ਜੀ, ਉਹਨਾਂ ਦੇ ਵਿੱਚ ਉਹ ਇੱਕ ਬੱਸ ਦੇ ਵਿੱਚ ਆਏ, ਉਹਨਾਂ ਦੇ ਵਿੱਚ ਕੁਝ ਦੇ ਪੋਜ਼ਿਟਿਵ ਆ ਗਏ, ਕੁਝ ਦੇ ਨੈਗੇਟਿਵ ਆ ਰਹੇ ਆ। ਉਹ ਫੈਮਲੀਆਂ ਦੇ ਜਾਣੀ ਕਿ ਉੱਥੇ ਉਹ ਟੈਸਟਾਂ ਦੇ ਨਹੀਂ ਸਹੀ ਆ ਰਹੇ, ਉਹਨਾਂ ਦੇ ਕੋਲ ਜਾਂ ਤਾਂ ਉਹ ਟੈਸਟ ਵਾਲੀਆਂ ਜਿਹੜੀਆਂ ਮਸ਼ੀਨਾਂ ਵਗੈਰਾ ਜੋ ਵੀ ਆ ਉਹ ਗਲਤ ਪਹੁੰਚ ਰਿਹਾ ਵਾ ਜਾਂ ਕਿੱਦਾਂ ਉਹਨਾਂ ਦੀ ਸਮਝ 'ਚ ਨਹੀਂ ਆ ਰਿਹਾ। ਇਹ ਸਮਝੋ ਬਾਹਰ ਆ ਗੱਲ। ਪਰ ਆਹ ਜਿਹੜੇ ਮੁਲਕ ਵਾ ਇੰਗਲੈਂਡ, USA ਜਾਂ ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਇਹਨਾਂ ਦੇ ਵਿੱਚ ਵਧਣਾ ਇਹ ਲੋਕਡਾਊਨ ਹੁੰਦੇ ਹੋਏ ਵੀ ਕੋਈ ਲੋਕਡਾਊਨ ਨਹੀਂ ਸੀਗਾ, ਮੰਨ ਲਓ ਕਿ ਸਰਕਾਰਾਂ ਦੀਆਂ ਅਣਗਹਿਲੀਆਂ ਸੀਗੀਆਂ ਜੀ, ਠੀਕ ਆ ਜੀ। ਤੇ ਉਸ ਤੋਂ ਬਾਅਦ ਆਪਾਂ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ, ਸੋਸ਼ਲ ਮੀਡੀਆ ਤੇ ਬਹੁਤ ਕੁਝ ਚੰਗਾ ਵੀ ਆ ਤੇ ਬਹੁਤ ਕੁਝ ਮਾੜਾ ਵੀ ਆ। ਕਿਆ ਲੋਕ ਜਿੱਦਾਂ ਵੀਰ ਜੀ ਅੱਗੇ ਗੱਲ ਕਰ ਰਹੇ ਸੀ ਕਿ ਲੋਕ ਆਪਣੇ ਆਪ 'ਚ ਹੀ ਬੜੇ ਵੈਦ ਬਣੇ ਪਏ ਆ ਕਿ ਉਹ ਕੋਈ ਕਹਿ ਰਿਹਾ ਕਿ ਉਹ ਅਦਰਕ ਦਾ ਪਾਣੀ, ਲਸਣ ਦਾ ਪਾਣੀ, ਗੰਢੇ ਦਾ ਪਾਣੀ, ਉਹ ਪਤਾ ਨਹੀਂ ਕਿੱਦਾਂ ਦਾ ਇਲਾਜ ਕਰਾ ਕੇ ਲੋਕਾਂ ਦੇ ਉਹ ਵੈਸੇ ਹੀ ਗਲ ਖਰਾਬ ਕਰੀ ਤੁਰੇ ਜਾਂਦੇ ਆ। ਸੋ ਮੇਰੀ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ ਵੀ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਆ ਜਿਹੜੇ ਆ ਛੋਟੇ ਮੋਟੇ ਜਿਹੜੇ ਆ ਡਾਕਟਰ ਸੋਸ਼ਲ ਮੀਡੀਆ ਵਾਲੇ ਆ ਨਾ, ਉਹਨਾਂ ਤੋਂ ਬਚ ਕੇ ਰਹੋ ਤੇ ਆਪਣੇ ਡਾਕਟਰਾਂ ਦੀ ਖਾਸ ਡਾਕਟਰਾਂ ਦੀ ਸਲਾਹ ਨਾਲ ਚੱਲੋ ਜੀ। ਮਨਦੀਪ ਜੀ, ਵੀਰ ਜੀ ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਕਾਲ ਕਰ ਰਹੀ। ਹੈਲੋ ਹਾਂਜੀ, ਸਾਨੂੰ ਜੀ ਥੋੜੀ ਟੈਕਨੀਕਲ ਡਿਫੀਕਲਟੀ ਆ ਰਹੀ ਹੈ। ਅਸੀਂ ਹੁਣ ਲੈਂਦੇ ਹਾਂ ਜੀ ਛੋਟੀ ਜੀ ਬ੍ਰੇਕ। ਹੈਲੋ ਮਨਦੀਪ ਜੀ, ਆਵਾਜ਼ ਨਹੀਂ ਜੀ ਆ ਰਹੀ ਤੇ ਅਸੀਂ ਇੱਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ ਜੀ। ਜਦੋਂ ਹੋਵੇ ਪ੍ਰੋਪਰ ਇਨਸੂਲੇਸ਼ਨ ਤਾਂ ਕਦੇ ਨਹੀਂ ਹੁੰਦੀ ਬਿਜਲੀ ਦੇ ਬਿੱਲ ਦੀ ਟੈਨਸ਼ਨ। ਟ੍ਰੋਪੀਕਲ ਇਨਸੂਲੇਸ਼ਨ ਪਿਛਲੇ 35 ਸਾਲਾਂ ਤੋਂ 100,000 ਤੋਂ ਵੀ ਵੱਧ ਕਮਰਸ਼ੀਅਲ, ਰੈਜ਼ੀਡੈਂਸ਼ੀਅਲ ਤੇ ਇੰਡਸਟਰੀਅਲ ਬਿਲਡਿੰਗਸ ਨੂੰ ਕੈਨੇਡੀਅਨ ਮੈਨੂਫੈਕਚਰਡ ਸੈਲੂਲੋਇਡ ਨਾਲ ਕਰ ਚੁੱਕੇ ਨੇ ਇਨਸੂਲੇਟ। ਫ੍ਰੀ no obligation quotes are also available. Hi everyone, are you looking to save on your heating and cooling costs? Serving Southern Ontario for over 35 years. Just call us 416-798-1310.